हाँ जी, ਅੱਜ ਆਪਾਂ ਕਰ ਰਹੇ ਹਾਂ ਕਲਾਸ 8 ਦੀ ਐਕਸਰਸਾਈਜ਼ 3.1। ਸਾਰਿਆਂ ਤੋਂ ਪਹਿਲਾਂ ਆਪ ਨੂੰ ਸਮਝਣਾ ਪੈਣਗੇ ਕੁਐਡਰੀਲੇਟਰਲਸ। ਇਹ ਕੀ ਹੁੰਦੇ ਆ? ਕੋਈ ਵੀ ਸ਼ੇਪ ਜਿਹਦੇ ਵਿੱਚ ਚਾਰ ਸਾਈਡਾਂ ਹੋਣਗੀਆਂ, ਜਿੱਦਾਂ ਕਿ AB, ਠੀਕ ਹੈ, BD, DC, AC, ਕੋਈ ਵੀ ਇਦਾਂ ਦੀ ਕੋਈ ਵੀ ਸ਼ੇਪ ਹੋ ਸਕਦੀ ਹੈ ਤੇ ਉਹਦੇ ਚਾਰ ਹੀ ਕਾਰਨਰ ਹੋਣਗੇ। ਅੱਗੇ ਆਪਾਂ ਦੇਖਦੇ ਹਾਂ ਟਾਈਪਸ ਕਿਹੜੀਆਂ ਹੁੰਦੀਆਂ ਨੇ ਕੁਐਡਰੀਲੇਟਰਲਸ ਦੀਆਂ। ਨੰਬਰ 1 ਹੈ ਜੀ ਟ੍ਰੈਪੀਜ਼ੀਅਮ। ਟ੍ਰੈਪੀਜ਼ੀਅਮ ਦੇ ਵਿੱਚ ਐਗਜ਼ੈਕਟਲੀ 1 ਪੇਅਰ ਆਫ ਪੈਰਲਲ ਸਾਈਡਸ, ਇੱਕ ਪੇਅਰ ਪੈਰਲਲ ਸਾਈਡ ਦਾ ਹੋਏਗਾ ਹੀ ਹੋਏਗਾ ਇਹਦੇ ਵਿੱਚ। ਜਿੱਦਾਂ ਕਿ ਦੇਖੋ ਹੁਣ ਆਪਾਂ ABCD ਇੱਕ ਫਿਗਰ ਬਣਾਈ ਹੈ, ਇਹਦੇ ਵਿੱਚ AD ਤੇ BC ਪੈਰਲਲ ਨੇ ਬਟ ਇਕੁਅਲ ਨਹੀਂ ਹੈਗੀਆਂ ਕਿ ਜੀ ਇਦਾਂ ਹੀ PQRS, ਇਹਦੇ ਵਿੱਚ ਦੇਖੋ PS ਤੇ QR ਇਹ ਪੈਰਲਲ ਨੇ, ਰਾਈਟ, ਨਾਟ ਇਕੁਅਲ, ਜਸਟ ਪੈਰਲਲ। ਨੰਬਰ 2 ਟਾਈਪ ਆ ਜਾਂਦੀ ਹੈ ਜੀ ਆਈਸੋਸੇਲਸ ਟ੍ਰੈਪੀਜ਼ੀਅਮ। ਇਹ ਕੀ ਹੁੰਦਾ ਹੈ ਜੀ? ਇਫ ਇਟਸ ਨਾਨ ਪੈਰਲਲ ਸਾਈਡਸ ਆਰ ਇਕੁਅਲ, ਵਨ ਪੇਅਰ ਹੋਏਗਾ ਪੈਰਲਲ ਸਾਈਡ ਦਾ, ਜਿੱਦਾਂ ਕਿ ਦੇਖੋ ਆਪਾਂ ਸ਼ੇਪ ਬਣਾਈ ਹੈ ABCD, ਇਹਦੇ ਵਿੱਚ AD ਤੇ BC ਇਹ ਪੈਰਲਲ ਸਾਈਡਸ ਨੇ ਬਟ ਇਕੁਅਲ ਨਹੀਂ ਹੈਗੀਆਂ, ਐਂਡ AB ਤੇ CD ਇਹ ਇਕੁਅਲ ਨੇ ਬਟ ਪੈਰਲਲ ਨਹੀਂ ਹੈਗੀਆਂ। ਇੱਕ ਪੇਅਰ ਪੈਰਲਲ ਸਾਈਡ ਦਾ ਹੋਏਗਾ ਤੇ ਇੱਕ ਇਕੁਅਲ ਸਾਈਡ ਦਾ ਹੋਏਗਾ। ਹਾਂਜੀ, ਅਗਲੀ ਟਾਈਪ ਹੈ ਪੈਰਲਲੋਗ੍ਰਾਮ। ਇਹ ਕੀ ਹੁੰਦੀ ਹੈ? ਇਫ ਬੋਥ ਆਫ ਇਟਸ ਪੇਅਰ ਆਫ ਆਪੋਜ਼ਿਟ ਸਾਈਡ ਆਰ ਪੈਰਲਲ ਔਰ ਇਕੁਅਲ। ਠੀਕ ਹੈ ਜੀ, ਇਹਦੇ ਵਿੱਚ ਆਪੋਜ਼ਿਟ ਸਾਈਡਸ ਪੈਰਲਲ ਵੀ ਹੋਣਗੀਆਂ ਤੇ ਇਕੁਅਲ ਵੀ ਹੋਣਗੀਆਂ। ਠੀਕ ਹੈ ਜੀ, ਜਿੱਦਾਂ ਦੇਖੋ ਆਪਣੇ ਸ਼ੇਪ ਬਣਾਈ ਹੈ PQRS, ਇਹਦੇ ਵਿੱਚ PS ਤੇ QR ਇਹ ਪੈਰਲਲ ਵੀ ਨੇ ਤੇ ਇਕੁਅਲ ਵੀ ਨੇ ਇੱਕ ਦੂਸਰੇ ਦੇ, ਤੇ PQ ਐਂਡ RS ਅਗੇਨ ਪੈਰਲਲ ਵੀ ਨੇ ਤੇ ਇਕੁਅਲ ਵੀ ਨੇ। ਠੀਕ ਹੈ ਜੀ, ਇਦਾਂ ਹੀ ABCD ਆਪਾਂ ਇੱਕ ਸ਼ੇਪ ਬਣਾਈ, ਇਹਦੇ ਵਿੱਚ ਵੀ ਇਦਾਂ ਹੀ ਹੈ, AB ਤੇ CD ਆਪਸ ਚ ਪੈਰਲਲ ਤੇ ਇਕੁਅਲ ਨੇ, AC ਐਂਡ BD ਇਹ ਆਪਸ ਚ ਪੈਰਲਲ ਐਂਡ ਇਕੁਅਲ ਨੇ। ਠੀਕ ਹੈ ਜੀ, ਕੀ ਹੋ ਗਈਆਂ ਪ੍ਰੋਪਰਟੀਜ਼? ਆਪੋਜ਼ਿਟ ਸਾਈਡਸ ਆਰ ਪੈਰਲਲ ਐਂਡ ਇਕੁਅਲ, ਜਿਹੜੀਆਂ ਆਪੋਜ਼ਿਟ ਸਾਈਡਸ ਨੇ ਉਹ ਪੈਰਲਲ ਤੇ ਇਕੁਅਲ ਜ਼ਰੂਰ ਹੋਣਗੀਆਂ। ਡਾਇਗਨਲਸ ਬਾਈਸੈਕਟ ਈਚ ਅਦਰ, ਦੇਖੋ ਜੀ QS ਇਹਦਾ ਡਾਇਗਨਲਸ ਆ ਐਂਡ PR ਇਹਦਾ ਸੈਕੰਡ ਡਾਇਗਨਲਸ ਆ, ਇਹ ਇੱਕ ਦੂਜੇ ਨੂੰ ਬਾਈਸੈਕਟ ਈਚ ਅਦਰ, ਇਨ ਸੈਂਟਰ ਦੇ ਵਿੱਚ ਇਹ ਜਿੱਥੇ ਇੱਕ ਦੂਸਰੇ ਨੂੰ ਕੱਟਦੇ ਨੇ ਹਾਫ ਚ ਕੱਟਦੇ ਆ। ਜੇ ਇਸ ਪੁਆਇੰਟ ਨੂੰ ਆਪਾਂ ਮੰਨ ਲਈਏ ਤਾਂ ਸੈਂਟਰ ਵਾਲਾ ਪੁਆਇੰਟ O ਹੈ ਤਾਂ QO ਇਜ਼ ਇਕੁਅਲ ਟੂ OS ਹੋਏਗਾ, ਜਿੰਨੀ QO ਦੀ ਲੈਂਥ ਹੋਏਗੀ ਉਨੀ ਹੀ OS ਦੀ ਹੋਏਗੀ। ਇਦਾਂ ਹੀ QS ਵੀ PR ਨੂੰ ਸੈਂਟਰ ਚੋਂ ਡਿਵਾਈਡ ਕਰੇਗਾ, PO ਇਜ਼ ਇਕੁਅਲ ਟੂ OR ਹੋਏਗਾ। ਠੀਕ ਹੈ ਜੀ, ਆਪੋਜ਼ਿਟ ਐਂਗਲਸ ਆਰ ਇਕੁਅਲ ਐਂਡ ਐਡਜੈਸੈਂਟ ਐਂਗਲਸ ਆਰ ਸਪਲੀਮੈਂਟਰੀ, ਇਹ ਵੀ ਇਹਦੀ ਅਗਲੀ ਪ੍ਰੋਪਰਟੀ ਆ। ਆਪੋਜ਼ਿਟ ਐਂਗਲਸ ਜਿੱਦਾਂ ਕਿ PQRS ਸ਼ੇਪ ਦੇ ਵਿੱਚ ਐਂਗਲ Q ਇਜ਼ ਇਕੁਅਲ ਟੂ ਐਂਗਲ S ਹੋਏਗਾ ਐਂਡ ਐਂਗਲ P ਇਜ਼ ਇਕੁਅਲ ਟੂ ਐਂਗਲ R ਹੋਏਗਾ। ਠੀਕ ਹੈ ਜੀ, ਐਡਜੈਸੈਂਟ ਐਂਗਲਸ ਆਰ ਸਪਲੀਮੈਂਟਰੀ, ਇਹਦਾ ਕੀ ਮਤਲਬ ਹੋਇਆ? ਐਡਜੈਸੈਂਟ ਐਂਗਲਸ ਹੁੰਦੇ ਨੇ ਜਿਹੜੇ ਸੇਮ ਲਾਈਨ ਤੇ ਹੋਣ, ਇੱਕੋ ਹੀ ਲਾਈਨ ਤੇ, ਜਿੱਦਾਂ Q ਤੇ R ਹੈ, ਇਹਨਾਂ ਦਾ ਪਲੱਸ ਕੀ ਹੋਏਗਾ? 180 ਡਿਗਰੀ ਹੋਏਗਾ, ਜਿੱਦਾਂ ਕਿ ਐਂਗਲ Q ਪਲੱਸ ਐਂਗਲ R ਇਜ਼ ਇਕੁਅਲ ਟੂ 180 ਡਿਗਰੀ ਹੋਏਗਾ। ਠੀਕ ਹੈ ਜੀ, ਇਦਾਂ ਹੀ ਐਂਗਲ R ਪਲੱਸ ਐਂਗਲ S, ਐਂਗਲ R ਪਲੱਸ ਐਂਗਲ S ਇਜ਼ ਇਕੁਅਲ ਟੂ ਵੀ 180 ਹੋਏਗਾ। ਇਦਾਂ ਹੀ ਐਂਗਲ S ਤੇ ਐਂਗਲ P ਵੀ 180 ਡਿਗਰੀ ਦੇ ਇਕੁਅਲ ਹੋਏਗਾ ਤੇ ਐਂਗਲ P ਤੇ ਐਂਗਲ Q ਵੀ 180 ਡਿਗਰੀ ਦੇ ਇਕੁਅਲ ਹੋਏਗਾ। ਹਾਂਜੀ ਦੇਖੋ ਐਕਸਰਸਾਈਜ਼ 3.1 ਦਾ ਫਸਟ ਸਮ, the two adjacent sides of a parallelogram are 6 cm and 8 cm, find the perimeter of the parallelogram। ਦੋ ਸਾਈਡ ਦਿੱਤੀਆਂ ਹੋਈਆਂ ਨੇ, ਇਦਾਂ ਦੀ ਕੋਈ ਪੈਰਲਲੋਗ੍ਰਾਮ ਹੈ, ਇੱਕ ਸਾਈਡ 6 cm ਹੈ ਤੇ ਦੂਸਰੀ 8 cm। ਆਪਾਂ ਨੇ ਪੈਰੀਮੀਟਰ ਦੱਸਣਾ ਹੈ ਜੀ, ਕਿੰਨਾ ਹੈ? ਸੋਲਿਊਸ਼ਨ ਆਪਾਂ ਲਿਖਾਂਗੇ ਜੀ ਪੈਰੀਮੀਟਰ ਆਫ ਪੈਰਲਲੋਗ੍ਰਾਮ। ਪੈਰਲਲੋਗ੍ਰਾਮ ਦੀਆਂ ਆਪੋਜ਼ਿਟ ਸਾਈਡ ਇਕੁਅਲ ਐਂਡ ਪੈਰਲਲ ਹੁੰਦੀਆਂ ਨੇ ਜੀ। ਠੀਕ ਹੈ, ਇਸ ਕਰਕੇ ਜੇ 8 cm ਹੈ ਤਾਂ ਇਹਦੇ ਸਾਹਮਣੇ ਵਾਲੀ 8 cm ਹੋਊ, ਤੇ ਜੇ 6 ਹੈ ਤਾਂ ਇਹਦੇ ਆਪੋਜ਼ਿਟ ਵੀ 6 cm ਵਾਲੀ ਹੋਊਗੀ। ਤੇ ਇਹਦਾ ਪੈਰੀਮੀਟਰ ਕੀ ਆ ਜਾਊਗਾ? 2 × 8 cm plus 6 cm। ਇਹਨੂੰ ਸੋਲਵ ਕਰ ਦਾਂਗੇ ਆਪਾਂ। 2 8 plus 6 14, 14 2s are 28, 28 cm ਆ ਜਾਏਗਾ ਜੀ ਪੈਰਲਲੋਗ੍ਰਾਮ ਦਾ ਪੈਰੀਮੀਟਰ। ਇਹਦਾ ਦੂਸਰਾ ਫਾਰਮੂਲਾ ਇਹ ਹੁੰਦਾ ਹੈ, ਅਗਰ ਤੁਸੀਂ ਪੈਰੀਮੀਟਰ ਫਾਈਂਡ ਕਰਨਾ ਹੈ ਪੈਰਲਲੋਗ੍ਰਾਮ ਦਾ ਤਾਂ ਤੁਸੀਂ ਸਿੰਪਲੀ ਚਾਰੇ ਸਾਈਡਸ ਨੂੰ ਪਲੱਸ ਵੀ ਕਰ ਸਕਦੇ ਹੋ। ਆਪਾਂ ਸੈਕੰਡ ਮੈਥਡ ਨਾਲ ਟਰਾਈ ਕਰਦੇ ਹਾਂ। ਪੈਰੀਮੀਟਰ ਆਫ ਪੈਰਲਲੋਗ੍ਰਾਮ ਇਕੁਅਲ ਟੂ 8 cm plus 6 cm plus 8 cm plus 6 cm। ਠੀਕ ਹੈ ਜੀ, 8 plus 6 plus 8 plus 6, 8 plus 6 14, 14 plus 8 22, 22 plus 6 28, 28 cm। ਦੇਖੋ ਜੀ ਆਪਣਾ ਆਨਸਰ ਦੋਵੇਂ ਵੇ ਨਾਲ ਸੇਮ ਹੀ ਆਏਗਾ, ਜਿਹੜਾ ਮਰਜ਼ੀ ਮੈਥਡ ਯੂਜ਼ ਕਰ ਲਓ। ਸੈਕੰਡ ਸਮ, ਗਿਵਨ ਬਿਲੋ ਆ ਪੈਰਲਲੋਗ੍ਰਾਮ PQRS, ਆਪਾਂ ਨੂੰ ਇੱਕ ਪੈਰਲਲੋਗ੍ਰਾਮ ਦੇਤੀ ਇਹਨਾਂ ਨੇ। ਦੈਨ ਕੰਪਲੀਟ ਦਾ ਫੋਲੋਇੰਗ ਯੂਜ਼ਿੰਗ ਪ੍ਰੋਪਰਟੀਜ਼ ਆਫ ਪੈਰਲਲੋਗ੍ਰਾਮ।
ਕਹਿੰਦੇ ਪ੍ਰੋਪਰਟੀ ਯੂਜ਼ ਕਰਕੇ ਪੈਰਲਲੋਗ੍ਰਾਮ ਦੀਆਂ ਇਹਨੂੰ ਕੰਪਲੀਟ ਕਰੋ। ਪੀ ਕਿਊ ਕਿਹਦੇ ਇਕੁਅਲ ਹੈ, ਠੀਕ ਹੈ ਜੀ। ਅਪੋਜ਼ਿਟ ਸਾਈਡਸ ਆਰ ਪੈਰਲਲ ਐਂਡ ਇਕੁਅਲ, ਇਸ ਕਰਕੇ ਪੀ ਕਿਊ ਕਿਹਦੇ ਇਕੁਅਲ ਆ ਗਈ, ਆਰ ਐਸ ਦੇ ਜਾਂ ਐਸ ਆਰ ਦੇ। ਪੀ ਕਿਊ ਇਜ਼ ਇਕੁਅਲ ਟੂ ਐਸ ਆਰ। ਕਿਊ ਆਰ ਕਿਹਦੇ ਇਕੁਅਲ ਹੈ, ਅਪੋਜ਼ਿਟ ਕਿਊ ਆਰ ਦੇ ਕਿਹੜੀ ਹੈ, ਪੀ ਐਸ। ਕਿਊ ਆਰ ਇਜ਼ ਇਕੁਅਲ ਟੂ ਪੀ ਐਸ ਐਂਡ ਐਂਗਲ ਪੀ ਹੈ this one in the parallelogram opposite angles are equal. Angle P is equal to angle R and angle S ਦੇ opposite ਕਿਹੜਾ angle ਹੈ ਜੀ, angle Q। ਇਹ ਆਪਸ ਚ ਇਕੁਅਲ ਹੋਣਗੇ ਜੀ, angle Q। angle P plus angle Q, angle P plus angle Q। parallelogram ਚ ਕੀ ਹੁੰਦਾ ਹੈ ਜੀ, adjacent angles are supplementary, means angle P plus angle Q is equal to 180 degree। ਇਦਾਂ ਹੀ angle R plus angle S 180 degree। ਇਹ parallelogram ਦੀ property ਹੈ ਜੀ ਕਿ adjacent angles are supplementary in parallelogram। ਹਾਂਜੀ, third sum, find x and y in the following parallelogram। ਇੱਕ ਸਾਈਡ ਦਿੱਤੀ ਹੈ 5x, ਦੂਸਰੀ ਸਾਈਡ ਹੈ 15, ਇੱਕ ਸਾਈਡ ਹੈ 16 ਤੇ ਦੂਸਰੀ ਹੈ 4y। ਦੇਖੋ ਜੀ ਕਿੱਦਾਂ ਸੋਲਵ ਕਰਾਂਗੇ ਇਹਨੂੰ ਆਪਾਂ। ਸੋਲੂਸ਼ਨ ਲਿਖਾਂਗੇ ਆਪਾਂ, opposite sides in parallelogram are parallel and equal। 5x is equal to 15 ਹੋ ਜੂ ਇਸ ਲਈ, so 5x is equal to 15 and 4y is equal to ਕੀ ਹੋ ਗਿਆ ਜੀ 16, ਰਾਈਟ। ਇਹ ਅਪੋਜ਼ਿਟ ਨੇ, ਇਹ ਵੀ ਇਕੁਅਲ ਹੋ ਗਏ। ਇਹਨੂੰ ਮੰਨ ਲਓ ਇਕੁਏਸ਼ਨ 1, ਸਪੋਜ਼ ਦਿਸ ਵਨ ਇਕੁਏਸ਼ਨ 2। ਪਹਿਲਾਂ ਇਹਨੂੰ ਸੋਲਵ ਕਰੋ, 5x is equal to 15 ਤਾਂ x ਕਿਹਦੇ ਇਕੁਅਲ ਆ ਗਿਆ, ਜਿੱਦਾਂ ਆਪਾਂ ਇਕੁਏਸ਼ਨ ਸੋਲਵ ਕਰਦੇ ਹੁੰਦੇ ਸੀ, 15 ਡਿਵਾਈਡਡ ਬਾਈ 5। 5x ਨਾਲ ਮਲਟੀਪਲਾਈ ਹੋ ਰਿਹਾ ਤੇ ਇਸ ਕਰਕੇ ਅਪੋਜ਼ਿਟ ਸਾਈਡ ਤੇ ਜਾ ਕੇ ਡਿਵਾਈਡ ਹੋ ਗਿਆ 15 ਦੇ ਨਾਲ। ਇਹ ਜੀ ਕੀ ਆ ਗਿਆ ਜੀ, 5 1s are 5, 5 3s are 15, x is equal to 3। ਇਹਨੂੰ ਕਰੋ ਸੋਲਵ ਸੈਕਿੰਡ ਇਕੁਏਸ਼ਨ ਨੂੰ, 4y is equal to 16 then y is equal to 16 divided by 4, ਕਿਉਂਕਿ 4 ਮਲਟੀਪਲਾਈ ਸੀ y ਨਾਲ, ਇਸੇ ਕਰਕੇ ਆਪੋਜ਼ਿਟ ਸਾਈਡ ਤੇ ਡਿਵਾਈਡ ਕਰ ਰਿਹਾ ਹੈ ਉਹ 16 ਨੂੰ। 4 1s are 4, 4 4s are 16, y is equal to 4। ਥਰਡ ਸਮ ਦਾ ਸੈਕਿੰਡ ਪਾਰਟ, 3x plus 5 ਇੱਕ ਸਾਈਡ ਹੈ, ਨੈਕਸਟ ਸਾਈਡ ਹੈ 7, ਇੱਕ ਸਾਈਡ ਹੈ 13 ਐਂਡ ਅਗਲੀ ਹੈ 2y minus 3। ਹਾਂਜੀ, ਸੇਮ ਸੋਲੂਸ਼ਨ। ਵੀ ਨੋ opposite sides in a parallelogram are equal and opposite। ਸਾਰੇ ਸਮਸ ਦੇ ਵਿੱਚ ਆਪਾਂ ਨੂੰ ਰੀਜ਼ਨ ਜ਼ਰੂਰ ਦੇਣਾ ਪਊਗਾ ਜੀ, ਦੱਸਣਾ ਪਏਗਾ ਕਿਉਂ ਆਪਾਂ ਇਕੁਅਲ ਕਰਕੇ ਕਿੱਦਾਂ ਉਹਨਾਂ ਦਾ ਆਨਸਰ ਕੱਢ ਰਹੇ ਹਾਂ। ਹੁਣ ਦੇਖੋ 3x plus 5 ਇਹਦੀ ਆਪੋਜ਼ਿਟ ਸਾਈਡ ਕਿਹੜੀ ਹੈ, 14, ਇਹ ਇਕੁਅਲ ਹੋ ਜਾਣਗੇ ਇਸ ਕਰਕੇ, ਸੋ 3x plus 5 is equal to 14, ਇਹਨੂੰ ਨੰਬਰ 1 ਮੰਨ ਲਓ, ਐਂਡ 2y minus 3 ਇਹਦੇ ਆਪੋਜ਼ਿਟ ਕਿਹੜੀ ਸਾਈਡ ਹੈ, 7, ਇਹ ਵੀ ਇਕੁਅਲ ਹੈ 2y minus 3 ਇਸ ਲਈ ਇਕੁਅਲ ਹੈ 7 ਦੇ। ਇਹਨੂੰ ਮੰਨ ਲਓ ਸੈਕਿੰਡ ਇਕੁਏਸ਼ਨ, ਕਰਦੇ ਇਹਨਾਂ ਨੂੰ ਸੋਲਵ, 3x plus 5 is equal to 14। 5 ਨੂੰ ਆਪਾਂ ਰਾਈਟ ਹੈਂਡ ਸਾਈਡ ਲੈ ਕੇ ਆਵਾਂਗੇ ਜੀ, x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਇਸ ਲਈ। 14, 5 ਲੈਫਟ ਹੈਂਡ ਸਾਈਡ ਤੇ ਪਲੱਸ ਦਾ ਹੈ ਤਾਂ ਰਾਈਟ ਹੈਂਡ ਸਾਈਡ ਤੇ ਕੀ ਹੋ ਜਾਏਗਾ ਜੀ, ਮਾਈਨਸ ਦਾ। ਪਿਛਲੀ ਐਕਸਰਸਾਈਜ਼ਾਂ 'ਚ ਵੀ ਆਪਾਂ ਸੋਲਵ ਕਰਦੇ ਰਹੇ ਹਾਂ ਜੀ, ਟਰਾਂਸਪੋਰਟ ਕਰਕੇ ਨੰਬਰਸ ਨੂੰ ਲੈਫਟ ਟੂ ਰਾਈਟ, ਰਾਈਟ ਟੂ ਲੈਫਟ, ਠੀਕ ਹੈ। ਸੋਲਵ ਕਰ ਲਈ ਇਕੁਏਸ਼ਨ ਨੂੰ, ਸੇਮ ਆਪਾਂ ਇੱਥੇ ਕਰ ਰਹੇ ਹਾਂ, ਠੀਕ ਹੈ। 3x is equal to 14 minus 5 ਕਿੰਨਾ ਆ ਗਿਆ ਜੀ, 9, ਦੈਨ x ਕਿਹਦੇ ਇਕੁਅਲ ਆ ਜਾਊਗਾ ਜੀ, 9 ਡਿਵਾਈਡਡ ਬਾਈ 3। ਜੋ 3x ਨਾਲ ਮਲਟੀਪਲਾਈ ਹੋ ਰਿਹਾ ਸੀ ਲੈਫਟ ਸਾਈਡ ਤੇ, ਉਹ ਰਾਈਟ ਸਾਈਡ ਤੇ ਡਿਵਾਈਡ ਹੋ ਜਾਊਗਾ, ਕਿਉਂਕਿ ਆਪੋਜ਼ਿਟ ਹੋ ਜਾਂਦੇ ਹੁੰਦੇ। ਜੇ ਨੰਬਰ ਨੂੰ ਆਪਾਂ ਦੂਸਰੀ ਸਾਈਡ ਲੈ ਕੇ ਜਾ ਰਹੇ ਹਾਂ, ਲੈਫਟ ਟੂ ਰਾਈਟ ਜਾਂ ਰਾਈਟ ਟੂ ਲੈਫਟ, ਜੋ ਪਲੱਸ ਦਾ ਹੈ ਤਾਂ ਉਹ ਮਾਈਨਸ ਦਾ ਹੋ ਜਾਏਗਾ, ਅਗਰ ਮਾਈਨਸ ਦਾ ਹੈ ਤਾਂ ਪਲੱਸ ਦਾ ਹੋ ਜਾਏਗਾ। ਅਗਰ ਉਹ ਨੰਬਰ ਕਿਸੇ ਨੰਬਰ ਨਾਲ x ਜਾਂ y ਨਾਲ ਜਾਂ a b ਨਾਲ ਕਿਸੇ ਨਾਲ ਮਲਟੀਪਲਾਈ ਹੋ ਰਿਹਾ ਸੀ ਲੈਫਟ ਸਾਈਡ ਤੇ ਜਾਂ ਰਾਈਟ ਸਾਈਡ ਤੇ, ਤਾਂ ਦੂਸਰੀ ਸਾਈਡ ਜਾ ਕੇ ਉਹ ਡਿਵਾਈਡ ਕਰੇਗਾ। ਜੇ ਡਿਵਾਈਡ ਹੋ ਰਿਹਾ ਸੀ ਤਾਂ ਦੂਸਰੀ ਸਾਈਡ ਮਲਟੀਪਲਾਈ ਹੋਏਗਾ। x is equal to ਕਿੰਨਾ ਆ ਗਿਆ ਜੀ, 3 1s are 3, 3 3s are 9, x is equal to 3 ਆ ਗਿਆ। ਐਂਡ ਅਗੇਨ 2y minus 3 ਵੀ ਆਪਾਂ ਸੋਲਵ ਕਰਦੇ ਹਾਂ, is equal to 7, 2y is equal to 7। 3 ਜਦੋਂ ਰਾਈਟ ਹੈਂਡ ਸਾਈਡ ਤੇ ਜਾਏਗਾ ਤਾਂ 7 ਨਾਲ ਪਲੱਸ ਹੋਏਗਾ, ਠੀਕ ਹੈ ਜੀ, ਕਿਉਂਕਿ ਲੈਫਟ ਹੈਂਡ ਸਾਈਡ ਤੇ ਮਾਈਨਸ ਦਾ ਸੀ 3। 2y is equal to 7 plus 3 ਕਿੰਨਾ ਆ ਗਿਆ ਜੀ, 10, ਐਂਡ y ਕਾਦੀ ਇਕੁਅਲ ਆ ਜਾਏਗਾ ਜੀ, 10 ਡਿਵਾਈਡਡ ਬਾਈ 2। ਜੋ 2 y ਨਾਲ ਮਲਟੀਪਲਾਈ ਹੋ ਰਿਹਾ ਸੀ ਉਹ 10 ਨੂੰ ਡਿਵਾਈਡ ਕਰੇਗਾ। 2 1s are 2, 2 5s are 10, y is equal to 5। ਇਹ ਆ ਗਿਆ ਆਪਣਾ ਸੈਕਿੰਡ ਪਾਰਟ ਦਾ ਆਨਸਰ। x is equal to 3, y is equal to 5। Fourth sum, two adjacent angle of parallelogram are in ratio 4 and 5. Find the measure of all the angles। ਇੱਕ ਪੈਰਲਲੋਗ੍ਰਾਮ ਦਿੱਤੀ ਹੈ, ਉਹਦੇ ਐਂਗਲਸ ਦੀ ਰੇਸ਼ੋ ਦੇਤੀ ਆਪਾਂ ਨੂੰ, ਇੱਕ 4 ਦੀ ਰੇਸ਼ੋ 'ਚ ਹੈ ਤੇ ਦੂਸਰਾ 5 ਦੀ ਰੇਸ਼ੋ 'ਚ। ਸੋਲਵ ਕਰਨ ਲਈ ਕੀ ਕਰਾਂਗੇ, ਕਿਉਂਕਿ ਇਹ ਸਿਰਫ ਰੇਸ਼ੋ ਹੈ, ਐਗਜ਼ੈਕਟ ਐਂਗਲ ਨਹੀਂ ਹੈਗਾ, ਆਪਾਂ ਨੇ ਐਂਗਲ ਫਾਈਂਡ ਆਊਟ ਕਰਨਾ ਹੈ, ਠੀਕ ਹੈ ਜੀ। ਐਂਗਲ ਦੀ ਵੈਲਿਊ ਪਤਾ ਕਰਨ ਲਈ ਆਪਾਂ ਰੇਸ਼ੋ ਦੇ ਨਾਲ x ਸਪੋਜ਼ ਕਰ ਲਾਂਗੇ। ਜੋ 4 ਹੈ, 4 ਦੀ ਰੇਸ਼ੋ 'ਚ ਹੈ, ਉਹਨੂੰ ਮੰਨ ਲਓ 4x ਤੇ, ਠੀਕ ਹੈ। ਸੈਕਿੰਡ ਜੋ ਐਂਗਲ ਹੈ ਉਹਨੂੰ ਸਪੋਜ਼ ਕਰੋ 5 ਵਾਲੇ ਨੂੰ 5x। ਲੈਟ ਦਾ ਐਡਜੈਸੈਂਟ ਐਂਗਲ ਵੀ 4x ਐਂਡ 5x। ਸਪੋਜ਼ ਕਰ ਲਿਆ ਆਪਾਂ ਨੇ ਕਿ ਇੱਕ ਐਂਗਲ 4x ਹੈ ਤੇ ਦੂਸਰਾ 5x। And we know in a parallelogram
adjacent angles are supplementary means adjacent angle ਦਾ ਜੋ ਸਮ ਹੈ ਉਹ 180 ਡਿਗਰੀ ਹੁੰਦਾ ਹੈ so 4x plus 5x is equal to 180 ਡਿਗਰੀ ਇਹਨੂੰ ਆਪਾਂ ਸੋਲਵ ਕਰਾਂਗੇ ਜੀ 4x plus 5x ਕਿੰਨਾ ਹੋ ਗਿਆ ਜੀ 9x is equal to 180 ਡਿਗਰੀ x ਕਿਹਦੇ ਇਕੁਅਲ ਆ ਜਾਏਗਾ ਜੀ 180 ਡਿਗਰੀ divided by 9 ਡਿਵਾਈਡ ਕਰੋ x is equal to 20 ਡਿਗਰੀ ਆ ਗਿਆ ਜੀ find the measure of all the angles ਸਾਰੇ ਐਂਗਲ ਦੱਸਣੇ ਆਪਾਂ ਕਿੰਨੇ ਆ ਨੰਬਰ 1 4 multiply x ਸੀ ਜੀ ਉਹ ਕਰ ਲਿਆ 4 multiply 20 ਕਿੰਨਾ ਆ ਗਿਆ ਜੀ 80 डिग्री सेकेंड वन जो 5x सी 5 मल्टीप्लाई x की वैल्यू 20 है तो 5 मल्टीप्लाई 20 कितना आ गया जी 100 ये आ गया हुन 80 4x is 80 ਤੇ 5x 100 है ਤਾਂ we know opposite angles are equal in parallelogram right ਹੁਣ ਆਪਾਂ ਰੀਜ਼ਨ ਦਵਾਂਗੇ we know opposite angles are equal in a parallelogram so जो 80 डिग्री वाला ਉਹਦੇ ਸਾਹਮਣੇ ਵਾਲਾ ਵੀ ਕੀ ਆ ਜਾਏਗਾ 80 डिग्री जो 100 डिग्री है ਉਹਦੇ ਸਾਹਮਣੇ ਵਾਲਾ ਕੀ ਹੋਏਗਾ 100 डिग्री it means third angle है ਉਹ ਕਿੰਨਾ ਆ ਗਿਆ ਜੀ 80 डिग्री and fourth one है 100 डिग्री ਤਾਂ ਆਪਾਂ ਲਿਖ ਸਕਦੇ ਹਾਂ ਆਨਸਰ 80 डिग्री 100 डिग्री 80 डिग्री and 100 डिग्री ਇਹ ਆਪਾਂ ਨੂੰ ਚਾਰ ਉਹਨਾਂ ਨੇ ਐਂਗਲ ਫਾਈਂਡ ਕਰਨ ਨੂੰ ਕਹੇ ਸੀ ਤੇ ਆਪਾਂ ਨੇ ਉਹ ਫਾਈਂਡ ਆਊਟ ਕਰਤੇ ਜੀ फिफ्थ सम है सेम है टू एडजेसेंट एंगल ऑफ ए पैरेललोग्राम आर इन रेशो 3/7 3/7 ਦੀ ਰੇਸ਼ੋ ਚ ਨੇ ਐਡਜੈਸੈਂਟ ਐਂਗਲਸ ਇੱਕ ਪੈਰਲਲੋਗ੍ਰਾਮ ਦੇ ਵਿੱਚ फाइंड द मेजर ऑफ ऑल द एंगल्स ठीक है उदां ही करांगे सपोज the adjacent angle of a parallelogram are 3x and 7x क्योंकि प्रॉपर एंगल नहीं दिता हुआ सिर्फ रेशो दी हुई है अपन एंगल फाइंड आउट करना है राइट अपन एंगल्स की मान लिया 3 रेशो वाले दा 3x and 7 वाले दा 7x राइट and we know adjacent angle in a parallelogram are supplementary means दो एंगल्स जो एडजेसेंट ने जो ਇੱਕੋ ਹੀ ਲਾਈਨ ਤੇ ਨੇ ਇਹਨੇ ਪੈਰਲਲੋਗ੍ਰਾਮ ਉਹਨਾਂ ਦਾ ਜੋ ਸਮ ਹੈ ਉਹ 180 ਡਿਗਰੀ ਹੋਏਗਾ so 3x 7x is equal to 180 degree 3x 7x ਹੋ ਗਿਆ ਜੀ 10x is equal to 180 degree x is equal to 180 divided by 10 ਜੋ 10x ਨਾਲ ਮਲਟੀਪਲਾਈ ਹੋ ਰਿਹਾ ਸੀ ਉਹ ਇਧਰ ਡਿਵਾਈਡ ਹੋ ਗਿਆ ਜੀ ਕਿੰਨਾ ਆ ਗਿਆ ਜੀ ਆਨਸਰ x is equal to 18 degree ਤਾਂ ਕਰਦੇ ਹਾਂ ਫਾਈਂਡ ਆਊਟ ਐਂਗਲਸ ਫਸਟ ਐਂਗਲ is 3x 3 multiply x is 18 ਕਿੰਨਾ ਹੋ ਗਿਆ ਜੀ 18 3s are 54 डिग्री आ गया जी सेकंड एंगल इज 7x 7 मल्टीप्लाई 18 x की वैल्यू पुट करती अपन इथे ये आ गया 126 डिग्री राइट एंड ऑपोजिट एंगल्स आर इक्वल इन ए पैरेललोग्राम 3x ਦੇ ਆਪੋਜ਼ਿਟ ਜੋ ਵੀ ਐਂਗਲ ਹੋਏਗਾ ਉਹ ਕਿੰਨਾ ਹੈ 3x ਦੇ ਇਕੁਅਲ ਹੈ ਜੀ 54 ਡਿਗਰੀ ਐਂਡ ਜੋ 7x ਦੇ ਆਪੋਜ਼ਿਟ ਹੈ ਉਹ ਕਿੰਨਾ ਹੋਏਗਾ 126 degree so third angle is 54 degree and fourth is 126 degree ਆਪਾਂ ਆਨਸਰ ਕਿੱਦਾਂ ਲਿਖਾਂਗੇ ਜੀ ਚਾਰ ਐਂਗਲ ਲਿਖ ਦਾਂਗੇ 54 degree 126 degree 54 degree 126 degree ਹਾਂਜੀ 6th sum in a parallelogram WXYZ ਇੱਕ ਆਪਾਂ ਨੂੰ ਪੈਰਲਲੋਗ੍ਰਾਮ ਦਿੱਤੀ ਹੋਈ ਹੈ WXYZ ਐਂਗਲ Y ਦੇਤਾ ਆਪਾਂ ਨੂੰ 80 degree find the measure of all the angles ਬਾਕੀ ਸਾਰੇ ਐਂਗਲਸ ਫਾਈਂਡ ਆਊਟ ਕਰੋ ਸੋਲੂਸ਼ਨ ਆਪਾਂ ਨੂੰ ਕੀ ਪਤਾ ਹੈ ਆਪੋਜ਼ਿਟ ਐਂਗਲਸ ਇਕੁਅਲ ਹੁੰਦੇ ਆ ਰਾਈਟ ਤੇ ਐਡਜੈਸੈਂਟ ਐਂਗਲ ਆਰ ਸਪਲੀਮੈਂਟਰੀ ਉਹਦੇ ਅਕੋਰਡਿੰਗ ਹੀ ਆਪਾਂ ਇਹ ਸਾਰਾ ਕੱਢ ਸਕਦੇ ਆ ਵੀ ਨੋ ਇਨ ਅ ਪੈਰਲਲੋਗ੍ਰਾਮ opposite angles are equal so angle y is equal to angle w is equal to 80 degree ਤਾਂ w ਵੀ ਕਿੰਨਾ ਹੋ ਗਿਆ 80 degree ਹੋ ਗਿਆ ਜੀ and adjacent angles in a parallelogram are supplementary adjacent angle ਜੋ ਹੋਣਗੇ ਉਹ supplementary ਹੋਣਗੇ means angle y plus angle z is equal to 180 degree angle y plus angle z is equal to 180 degree angle y ਆਪਾਂ ਨੂੰ ਪਤਾ ਹੈ ਜੀ 80 degree plus angle z is equal to 180 degree angle z ਕਿਹਦੇ ਇਕੁਅਲ ਆ ਜਾਏਗਾ 180 degree ਚੋਂ 80 degree ਜੋ z ਨਾਲ ਪਲੱਸ ਹੋ ਰਿਹਾ ਹੈ ਉਹ ਇਧਰ ਜਾ ਕੇ ਮਾਈਨਸ ਹੋ ਜਾਏਗਾ 180 ਚੋਂ ਕਿੰਨਾ ਆ ਗਿਆ ਜੀ angle z 100 degree मीन्स अपन ये भी पता लग गया जे AZ है जो एंगल वो 100 है तो एंगल X की होएगा ये भी 100 होएगा क्योंकि ऑपोजिट है ऑपोजिट एंगल इन अ पैरेललोग्राम आर इक्वल सो एंगल Z इज इक्वल टू एंगल X एंड किन्ने ਦੇ ਇਕੁਅਲ ਆ ਗਿਆ 100 ਡਿਗਰੀ ਤੇ ਤੁਸੀਂ ਇਦਾਂ ਵੀ ਕਰ ਸਕਦੇ ਹੋ ਪਹਿਲਾਂ ਐਡਜੈਸੈਂਟ ਐਂਗਲਸ ਕੱਢ ਲਓ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਹਿ ਸਕਦੇ ਹਾਂ ਕਿ ਐਡਜੈਸੈਂਟ ਐਂਗਲਸ ਇਨ ਅ ਪੈਰਲਲੋਗ੍ਰਾਮ ਆਰ ਸਪਲੀਮੈਂਟਰੀ ਐਂਗਲ y ਐਂਗਲ z ਇਜ਼ ਇਕੁਅਲ ਟੂ 180 ਹੋ ਗਿਆ ਤੇ ਇਥੋਂ ਆਪਾਂ ਨੂੰ ਐਂਗਲ z ਨਿਕਲ ਆਂਦਾ ਉਸ ਤੋਂ ਬਾਅਦ ਚੋਂ ਆਪਾਂ ਕਹਿ ਸਕਦੇ ਸੀ ਕਿ ਆਪੋਜ਼ਿਟ ਐਂਗਲਸ ਆਰ ਇਕੁਅਲ ਆਫਟਰ ਦੈਟ ਆਪਾਂ ਪ੍ਰੂਵ ਕਰ ਸਕਦੇ ਸੀ ਕਿ y ਇਕੁਅਲ ਹੋ ਗਿਆ 80 ਡਿਗਰੀ ਤੇ z ਕਿਹਦੇ ਇਕੁਅਲ ਹੋ ਗਿਆ x ਦੇ ਇਜ਼ ਇਕੁਅਲ ਟੂ 100 ਡਿਗਰੀ ਹਾਂਜੀ ਆਪਣਾ ਆਨਸਰ ਆ ਗਿਆ ਐਂਗਲ x ਇਜ਼ ਇਕੁਅਲ ਟੂ 100 ਡਿਗਰੀ y ਆਲਰੇਡੀ ਆਪਾਂ ਨੂੰ ਦਿੱਤਾ ਹੋਇਆ ਸੀ
angle Z is equal to 100 degree and angle W is equal to 80 degree. Seventh sum, in a parallelogram best ਆਪਾਂ ਨੂੰ BEST ਇੱਕ ਪੈਰਲਲੋਗ੍ਰਾਮ ਦੇਤੀ 105 ਡਿਗਰੀ ਹੈ B ਐਂਗਲ ਫਾਈਂਡ ਦਾ ਮੇਜਰ ਆਫ ਆਲ ਦਾ ਐਂਗਲਸ ਠੀਕ ਹੈ ਜੀ ਸੇਮ ਜਿੱਦਾਂ ਆਪਾਂ 6 ਸਮ ਕੀਤਾ ਉਦਾਂ ਹੀ ਕਰਾਂਗੇ ਸੋਲੂਸ਼ਨ ਐਡਜੈਸੈਂਟ ਐਂਗਲ ਕੱਢਾਂਗੇ ਹੁਣ ਆਪਾਂ ਇਹਦੇ ਚ ਪਹਿਲਾਂ B ਦੇ ਨਾਲ E ਕੱਢ ਲਾਂਗੇ ਜੀ we know in a parallelogram adjacent angles are supplementary ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ 6 ਸਮ ਦੇ ਵਿੱਚ ਆਪਾਂ ਸਟਾਰਟਿੰਗ ਇਦਾਂ ਕਰ ਸਕਦੇ ਸੀ ਰਾਈਟ ਸੈਕੰਡ ਵੇ ਨਾਲ ਮੈਂ ਤੁਹਾਨੂੰ ਸਮਝਾ ਰਹੀ ਹਾਂ ਠੀਕ ਹੈ ਜੀ ਐਂਗਲ B plus ਐਂਗਲ E is equal to 180 degree ਪੈਰਲਲੋਗ੍ਰਾਮ ਦੇ ਵਿੱਚ ਐਡਜੈਸੈਂਟ ਐਂਗਲਸ ਦੱਸਾਂ ਮੈਂ ਜੋ 180 ਡਿਗਰੀ ਹੁੰਦਾ ਹੈ 105 ਡਿਗਰੀ ਪਲੱਸ ਐਂਗਲ E 180 ਡਿਗਰੀ ਐਂਗਲ E is equal to 180 ਡਿਗਰੀ ਜੋ ਐਂਗਲ B ਸੀ ਉਹ ਇਹਦੇ ਨਾਲ ਪਲੱਸ ਹੋ ਰਿਹਾ ਸੀ ਲੈਫਟ ਸਾਈਡ ਤੇ ਤਾਂ ਰਾਈਟ ਹੈਂਡ ਸਾਈਡ ਤੇ ਮਾਈਨਸ ਹੋ ਜਾਊਗਾ 105 ਜੋ ਲੈਫਟ ਸਾਈਡ ਤੇ ਪਲੱਸ ਹੋ ਰਿਹਾ ਸੀ ਰਾਈਟ ਐਂਗਲ E ਆ ਗਿਆ ਜੀ 75 ਡਿਗਰੀ ਐਂਡ ਇਨ ਅ ਪੈਰਲਲੋਗ੍ਰਾਮ ਆਪੋਜ਼ਿਟ ਐਂਗਲ ਆਰ ਇਕੁਅਲ ਐਂਗਲ B is equal to ਐਂਗਲ S ਕਿੰਨੇ ਦੇ ਇਕੁਅਲ ਆ ਗਏ ਦੋਨੇ ਇਹ ਹੈਗਾ 105 ਡਿਗਰੀ ਠੀਕ ਹੈ ਜੀ ਤੇ ਐਂਗਲ E is equal to ਐਂਗਲ T ਇਹ ਵੀ ਆਪੋਜ਼ਿਟ ਨੇ ਇਸ ਕਰਕੇ ਐਂਡ ਐਂਗਲ E is equal to ਐਂਗਲ T equal to 75 degree answer B ਦਿੱਤਾ ਹੋਇਆ ਸੀ ਐਂਗਲ E is equal to 75 degree ਐਂਗਲ S is equal to 105 degree ਐਂਗਲ T is equal to 75 degree eighth sum find x and y in the following parallelogram ਨੰਬਰ 1 ਇੱਕ ਆਪਾਂ ਨੂੰ ਪੈਰਲਲੋਗ੍ਰਾਮ ਦਿੱਤੀ ਹੋਈ ਹੈ ਇਹ 'ਚ ਇੱਕ ਐਂਗਲ ਦਿੱਤਾ ਹੋਇਆ 5y ਇੱਕ ਹੈ 4x ਇੱਕ ਹੈ 100 ਡਿਗਰੀ ਐਂਡ ਇੱਕ ਹੈ 80 ਡਿਗਰੀ ਸੋਲੂਸ਼ਨ ਆਪਾਂ ਲਿਖਾਂਗੇ we know in a parallelogram opposite angles are equal ਠੀਕ ਹੈ ਜੀ ਇਸ ਕਰਕੇ ਸੋ ਕੀ ਹੋ ਗਿਆ 5y is equal to 100 and 4x is equal to ਕੀ ਹੋ ਜਾਏਗਾ 80 ਡਿਗਰੀ ਠੀਕ ਹੈ ਜੀ ਆਪੋਜ਼ਿਟ ਨੇ ਇਕੁਅਲ ਨੇ ਇਸ ਕਰਕੇ ਪੈਰਲਲੋਗ੍ਰਾਮ ਦੀ ਪ੍ਰੋਪਰਟੀ ਹੈ ਕਿ ਆਪੋਜ਼ਿਟ ਐਂਗਲ ਇਕੁਅਲ ਹੁੰਦੇ ਨੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ 5y is equal to 100 then y ਕਾਦੇ ਇਕੁਅਲ ਆ ਜਾਏਗਾ ਜੀ 100 divided by 5 ਠੀਕ ਹੈ ਜੀ ਜੋ 5 ਮਲਟੀਪਲਾਈ ਹੋ ਰਿਹਾ y ਨਾਲ ਉਹ 100 ਨੂੰ ਡਿਵਾਈਡ ਕਰੇਗਾ y is equal to 20 degree 4x ਨੂੰ ਸੋਲਵ ਕਰੋ 4x is equal to 80 degree x ਕਿਹਦੇ ਇਕੁਅਲ ਆ ਜਾਏਗਾ ਜੀ 80 degree divided by 4 x is equal to also 20 degree ਆਨਸਰ ਲਿਖ ਸਕਦੇ ਆਪਾਂ x equal to 20 degree y is equal to 20 degree ਸੈਕੰਡ ਸਮ ਸੇਮ ਉਦਾਂ ਹੀ ਇੱਕ ਪੈਰਲਲੋਗ੍ਰਾਮ ਦਿੱਤੀ ਹੋਈ ਹੈ ਵਿੱਚ ਐਂਗਲਸ ਦਿੱਤੇ ਹੋਏ ਨੇ ਠੀਕ ਹੈ 120 ਡਿਗਰੀ 3x 5y ਤੇ 60 ਡਿਗਰੀ ਸੋਲੂਸ਼ਨ ਇਨ ਅ ਪੈਰਲਲੋਗ੍ਰਾਮ ਆਪੋਜ਼ਿਟ ਐਂਗਲ ਆਰ ਇਕੁਅਲ ਠੀਕ ਹੈ ਜੀ ਸੋ 3x is equal to 60 degree and 5y is equal to 120 degree solve करो 3x is equal to 60 degree x is equal to 60 degree divided by 3 कितना आ गया x is equal to 20 degree 5y is equal to 120 degree y is equal to 120 degree divided by 5 y is equal to 24 degree आ गया जी आंसर की आ गया x is equal to 20 degree y is equal to 24 degree ninth समझी in a parallelogram ABCD ਇੱਕ ਪੈਰਲਲੋਗ੍ਰਾਮ ਦਿੱਤੀ ਆਪਾਂ ਨੂੰ ABCD ਇਦਾਂ ਡਾਇਗੋਨਲਸ AC ਐਂਡ BD ਦੋ ਡਾਇਗੋਨਲਸ ਨੇ ਇਹਦੇ AC ਤੇ BD ਠੀਕ ਹੈ ਜੀ ਇੰਟਰਸੈਕਟ ਐਟ O O ਤੇ ਇੰਟਰਸੈਕਟ ਹੁੰਦੇ ਨੇ O ਤੇ ਮਿਲਦੇ ਨੇ if AC is equal to 12 ਜੇ AC 12 ਹੈ and BD is 16 find OA and OD ਕੀ ਫਾਈਂਡ ਕਰਨਾ ਹੈ OA and OD in a parallelogram diagonal bisect each other ਇੱਕ ਦੂਜੇ ਨੂੰ ਹਾਫ ਚ ਡਿਵਾਈਡ ਕਰਦੇ ਆ ਉਹ ਬਿਲਕੁਲ ਸੈਂਟਰ ਦੇ ਵਿੱਚ ਕੱਟਦੇ ਆ ਇੱਕ ਦੂਸਰੇ ਨੂੰ ਠੀਕ ਹੈ ਜੀ ਸੋ AC ਕਿਹਦੇ ਇਕੁਅਲ ਹੋ ਗਿਆ ਜੀ AO plus OC ਔਰ AC is equal to OA AO plus OC and BD ਕਿਹਦੇ ਇਕੁਅਲ ਹੋ ਗਿਆ ਜੀ BO plus OD ਔਰ ਕਿੱਦਾਂ ਲਿਖ ਸਕਦੇ ਆ AC is equal to AO ਜਿਹੜਾ ਹੈ ਉਹ OC ਦੇ ਇਕੁਅਲ ਹੈ ਠੀਕ ਹੈ ਜੀ AO plus AO ਲਿਖ ਸਕਦੇ ਆ ਆਪਾਂ ਇਹਨੂੰ ਕਿਉਂਕਿ BD ਜੋ ਡਾਇਗੋਨਲ ਹੈ ਇਹਨੇ AC ਨੂੰ ਸੈਂਟਰ ਚ ਡਿਵਾਈਡ ਕੀਤਾ ਹੈ ਇਟ ਮੀਨਸ ਜਿੰਨਾ AO ਦੀ ਵੈਲਿਊ ਹੋਗੀ ਉਨੀ ਹੀ OC ਦੀ ਹੋਏਗੀ ਰਾਈਟ ਐਂਡ ਸੇਮ ਫॉर BD ਕਿਹਦੇ ਇਕੁਅਲ ਹੋਏਗਾ BO OD ਦੀ ਜਗ੍ਹਾ ਤੇ ਵੀ ਆਪਾਂ BO ਲਿਖ ਸਕਦੇ ਆ ਰਾਈਟ ਪਲੱਸ BO ਕਿਉਂਕਿ OD ਵੀ BO ਦੇ ਇਕੁਅਲ ਹੀ ਹੋਏਗਾ AC ਕਾਦੇ ਇਕੁਅਲ ਆ ਗਿਆ ਜੀ ਸੋਲਵ ਕਰੋ 2AO ਦੇ ਐਂਡ BD is equal to 2BO ਠੀਕ ਹੈ ਜੀ AC ਕਿਹਦੇ ਇਕੁਅਲ ਦਿੱਤਾ ਹੋਇਆ 12 ਦੇ ਆਪਾਂ ਲਿਖ ਸਕਦੇ ਆ 12 is equal to 2AO ਐਂਡ BD ਕਿਹਦੇ ਇਕੁਅਲ ਦਿੱਤਾ ਹੋਇਆ 16 is equal to 2BO ਵੈਲਿਊ ਕਿਹਦੀ ਕੱਢਣੀ ਹੈ ਜੀ ਆਪਾਂ ਨੂੰ ਫਾਈਂਡ ਕਰਨ ਨੂੰ ਕਿਹਾ ਆਪਾਂ ਨੂੰ ਉਹਨਾਂ ਨੇ AO ਜਾਂ OA ਸੇਮ ਹੈ ਰਾਈਟ ਆਪਾਂ ਇਹਨੂੰ AO ਵੀ ਲਿਖ ਸਕਦੇ ਆ ਜਾਂ OA ਵੀ ਕਹਿ ਸਕਦੇ
ਸਕਦੇ ਹਾਂ। ਇਹਨੂੰ ਮੇਜਰ ਕਰ ਰਹੇ ਹੋ ਤਾਂ AO ਹੈ ਤੇ ਸੈਂਟਰ ਚੋਂ ਕਰੋਗੇ ਤਾਂ OA। 2OA is equal to 12 and 2OB is equal to 16। ਠੀਕ ਹੈ, ਇਕੁਅਲ ਹੀ ਨੇ। ਆਪਾਂ ਨੇ ਲੈਫਟ ਹੈਂਡ ਸਾਈਡ ਨੂੰ ਰਾਈਟ ਬਣਾ ਲਿਆ ਤੇ ਰਾਈਟ ਨੂੰ ਲੈਫਟ ਬਣਾ ਲਿਆ ਬਸ। ਠੀਕ ਹੈ, OA ਕਿਹਦੇ ਇਕੁਅਲ ਹੋ ਗਿਆ ਜੀ 12/2। ਜੋ 2 OA ਨਾਲ ਮਲਟੀਪਲਾਈ ਹੋ ਰਿਹਾ ਸੀ ਉਹ 12 ਨੂੰ ਹਾਫ ਕਰ ਦੇਗਾ, ਉਹ 12 ਨਾਲ ਜਾ ਕੇ ਡਿਵਾਈਡ ਹੋ ਜਾਏਗਾ। ਹਾਂਜੀ, ਸੋਲਵ ਕਰਕੇ OA ਕਿੰਨਾ ਆ ਗਿਆ 6 and OB is equal to 16 divided by 2 ਹੋ ਗਿਆ ਰਾਈਟ, ਕਿਉਂਕਿ ਉਹਨੂੰ ਹਾਫ ਚੋਂ ਡਿਵਾਈਡ ਕਰਦੇ ਨੇ ਤਾਂ ਉਸਦੀ ਵੈਲਿਊ ਨੂੰ ਹਾਫ ਕਰਨਗੇ ਰਾਈਟ। ਜੇ ਟੋਟਲ 16 ਆ ਤਾਂ ਕਿੰਨਾ ਆ ਜਾਏਗਾ 8। OB is equal to 8 ਆ ਜਾਏਗਾ। ਸੋ ਆਨਸਰ ਆਪਾਂ ਲਿਖ ਸਕਦੇ ਹਾਂ ਜੀ OA is equal to 6 centimeter and OB is equal to 8 centimeter। ਹਾਂਜੀ, 10 sum in a parallelogram PQRS ਦਿੱਤੀ ਹੋਈ ਆਪਾਂ ਨੂੰ। diagonals PR and QS intersect at O। PR ਤੇ QS ਆਪਸ ਚ O ਤੇ intersect ਹੋ ਰਹੇ ਨੇ। if OP is equal to 6 centimeter, ਜੇ OP 6 centimeter ਹੈ and OS 7 centimeter, then find PR and QS। PR ਤੇ QS ਕੱਢਨੇ ਆ। ਸੋਲੂਸ਼ਨ ਕਿੱਦਾਂ ਕਰਾਂਗੇ? We know in a parallelogram diagonals bisect each other, ਇੱਕ ਦੂਜੇ ਨੂੰ ਹਾਫ ਚ ਡਿਵਾਈਡ ਕਰਦੇ ਨੇ। ਮੀਨਸ ਸੋ PR is equal to OP plus OR। ਠੀਕ ਹੈ ਜੀ, PR ਕਿਹਦੇ ਇਕੁਅਲ ਹੋ ਗਿਆ OP plus OR ਦੇ। ਇਦਾਂ ਹੀ and QS is equal to OQ plus OS। ਠੀਕ ਹੈ ਜੀ, ਹੁਣ ਦੇਖੋ ਔਰ ਕਿੱਦਾਂ ਲਿਖ ਸਕਦੇ ਹਾਂ? PR ਕਿਹਦੇ ਇਕੁਅਲ ਹੋ ਸਕਦਾ ਜੀ? ਅਗਰ ਇਹਦਾ ਹਾਫ 6 ਹੈ ਤਾਂ ਅਗਲਾ ਹਾਫ ਵੀ 6 ਹੋਏਗਾ ਰਾਈਟ। PR ਕਿਹਦੇ ਇਕੁਅਲ ਹੋਏਗਾ? ਮੀਨਸ OP is equal to OR, ਤਾਂ OP ਕਿਹਦੇ ਇਕੁਅਲ ਹੋ ਜਾਊਗਾ OR ਦੇ। ਮਤਲਬ ਜਿੰਨੀ 6 ਸੈਂਟੀਮੀਟਰ ਜੇ OP ਆ ਤਾਂ OR ਵੀ 6 ਸੈਂਟੀਮੀਟਰ ਹੋਏਗਾ। ਠੀਕ ਹੈ ਜੀ, ਆਪਾਂ ਇਹਨੂੰ OP plus OP ਲਿਖ ਸਕਦੇ ਹਾਂ। ਐਂਡ QS ਦੇ ਵਿੱਚ ਕੀ ਹੋ ਜਾਏਗਾ ਜੀ OS plus OS। OQ ਨੂੰ ਵੀ ਆਪਾਂ OS ਲਿਖ ਸਕਦੇ ਹਾਂ। ਠੀਕ ਹੈ ਜੀ, OS is equal to OQ ਹੈ। ਇਟ ਮੀਨਸ PR ਕਿਹਦੇ ਇਕੁਅਲ ਆ ਗਿਆ ਜੀ 2OP ਦੇ। ਠੀਕ ਹੈ ਜੀ, ਐਂਡ QS ਕਿਹਦੇ ਇਕੁਅਲ ਆ ਗਿਆ 2OS ਦੇ। ਦੇਖੋ PR is equal to PR ਆਪਾਂ ਨੇ ਫਾਈਂਡ ਆਊਟ ਕਰਨਾ ਹੈ। 2OP ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ, ਕਿੰਨੀ ਹੈ ਜੀ 6। 2 × 6 ਕਿੰਨਾ ਹੋ ਗਿਆ? PR is equal to 12 ਸੈਂਟੀਮੀਟਰ। ਐਂਡ ਇਦਾਂ ਹੀ QS ਕੱਢਾਂਗੇ। 2OS ਦੀ ਵੈਲਿਊ ਕਿੰਨੀ ਹੈ ਜੀ 7। 2 × 7 ਕਿੰਨਾ ਹੋ ਗਿਆ ਜੀ? QS is equal to 14 ਸੈਂਟੀਮੀਟਰ। ਆਨਸਰ ਆਪਣਾ ਆ ਗਿਆ PR is equal to 12 ਸੈਂਟੀਮੀਟਰ ਐਂਡ QS is equal to 14 ਸੈਂਟੀਮੀਟਰ। ਹਾਂਜੀ, 11 ਸਮ find x and y in the following parallelogram। ਇਸ ਪੈਰਲਲੋਗ੍ਰਾਮ ਦੇ ਵਿੱਚ x ਤੇ y ਫਾਈਂਡ ਆਊਟ ਕਰਨੇ ਨੇ। ਇੱਕ ਪੈਰਲਲੋਗ੍ਰਾਮ ਦਿੱਤੀ ਹੋਈ ਹੈ, ਠੀਕ ਹੈ ਜੀ, ਦੇ ਡਾਇਗੋਨਲਸ ਦਿੱਤੇ ਹੋਏ ਨੇ, ਹੁਣ ਇੰਟਰਸੈਕਟ ਕਰ ਰਹੇ ਨੇ। we know in a parallelogram diagonals bisect each other। ਸੋ ਕੀ ਹੋ ਜਾਏਗਾ 2y ਕਿਹਦੇ ਇਕੁਅਲ ਹੋ ਜਾਏਗਾ is equal to 16। ਠੀਕ ਹੈ ਜੀ, ਹਾਫ ਚ ਡਿਵਾਈਡ ਹੋ ਰਿਹਾ ਜੇ ਇੱਧਰ 2y ਆ ਜਿਹੜਾ ਉਹ 16 ਦੇ ਇਕੁਅਲ ਹੋ ਗਿਆ। ਐਂਡ 3x ਜੇ ਇਹਦਾ ਹਾਫ 3x ਹੈ ਤਾਂ ਦੂਸਰਾ ਹਾਫ 18 ਹੈ, ਇਹ ਇਕੁਅਲ ਹੋ ਗਈ ਆਪਸ ਚ। ਪੈਰਲਲੋਗ੍ਰਾਮ ਦੇ ਡਾਇਗੋਨਲਸ ਹਾਫ ਚ ਡਿਵਾਈਡ ਕਰਦੇ ਇੱਕ ਦੂਸਰੇ ਨੂੰ। ਆਪਾਂ ਸੋਲਵ ਕਰਦੇ ਹਾਂ ਹੁਣ। 2y is equal to 16 then y is equal to 16। ਜਿਹੜਾ 2y ਨਾਲ ਮਲਟੀਪਲਾਈ ਹੋ ਰਿਹਾ ਉਹ 16 ਨੂੰ ਡਿਵਾਈਡ ਕਰੇਗਾ, ਰਾਈਟ ਹੈਂਡ ਸਾਈਡ ਤੇ ਜਾਊ ਜਦੋਂ। ਇੰਨਾ ਆ ਗਿਆ y is equal to 2 6 8, y is equal to 8 ਐਂਡ 3x ਨੂੰ ਕਰਾਂਗੇ is equal to 18। x is equal to 18 divided by 3, x is equal to 6। ਆਨਸਰ ਕੀ ਆ ਗਿਆ ਆਪਣਾ? x is equal to 6, y is equal to 8। ਹਾਂਜੀ, ਕਰਦੇ ਹਾਂ ਸੈਕੰਡ ਪਾਰਟ ਵਿੱਚ ਵੀ ਸੇਮ ਪੈਰਲਲੋਗ੍ਰਾਮ ਦਿੱਤੀ ਹੋਈ ਹੈ, ਡਾਇਗੋਨਲਸ ਦਿੱਤੇ ਹੋਏ ਨੇ ਤੇ x ਤੇ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਰਾਈਟ। ਸੇਮ ਲਿਖਾਂਗੇ ਸੋਲੂਸ਼ਨ। we know in a parallelogram diagonals bisect each other। so 5x minus 1 ਹਾਫ ਚ ਡਿਵਾਈਡ ਕਰ ਰਹੇ ਨੇ ਇੱਕ ਦੂਸਰੇ ਨੂੰ। ਮੀਨਸ 5x minus 1 is equal to 24 ਹੈ। ਠੀਕ ਹੈ ਜੀ, ਐਂਡ 4y plus 3 ਇਹਦੇ ਇਕੁਅਲ ਹੋਏਗਾ 19 ਦੇ। ਸੋਲਵ ਕਰਦੇ ਹਾਂ। 5x minus 1 is equal to 24। 5x is equal to 1 ਨੂੰ ਰਾਈਟ ਹੈਂਡ ਸਾਈਡ ਤੇ ਲੈ ਜਾਾਂਗੇ ਜੀ। 24 ਲੈਫਟ ਸਾਈਡ ਤੇ 1 ਆ ਜੋ ਮਾਈਨਸ ਦਾ ਸੀ ਤੇ ਰਾਈਟ ਹੈਂਡ ਸਾਈਡ ਤੇ ਪਲੱਸ ਦਾ ਹੋ ਜਾਏਗਾ। 5x is equal to 25, x is equal to 25 divided by 5। ਜੋ 5x ਨਾਲ ਮਲਟੀਪਲਾਈ ਹੋ ਰਿਹਾ ਸੀ ਉਹ ਰਾਈਟ ਹੈਂਡ ਸਾਈਡ ਤੇ ਡਿਵਾਈਡ ਕਰ ਰਿਹਾ 25 ਨੂੰ। ਠੀਕ ਹੈ, 5 1 5, 5 5 25, x is equal to 5 ਆ ਗਿਆ। ਇਦਾਂ ਹੀ ਸੋਲਵ ਕਰਦੇ ਹਾਂ 4y ਨੂੰ। 4y plus 3 is equal to 19। 4y ਕਿਹਦੇ ਇਕੁਅਲ ਆ ਗਿਆ ਜੀ 19। 3 ਲੈਫਟ ਸਾਈਡ ਤੇ ਪਲੱਸ ਦਾ ਹੈ ਤਾਂ ਰਾਈਟ ਹੈਂਡ ਸਾਈਡ ਤੇ ਮਾਈਨਸ ਦਾ ਹੋ ਗਿਆ। 4y is equal to 19 minus 3 ਕਿੰਨਾ ਆ ਗਿਆ ਜੀ 16। y is equal to 16 divided by 4। 4 ਜੋ y ਨਾਲ ਮਲਟੀਪਲਾਈ ਹੋ ਰਿਹਾ ਸੀ ਉਹ ਰਾਈਟ ਹੈਂਡ ਸਾਈਡ ਤੇ ਜਦੋਂ ਜਾਏਗਾ ਤਾਂ ਉਹ 16 ਨੂੰ ਡਿਵਾਈਡ ਕਰ ਰਿਹਾ। 4 1 4, 4 4 16। y is equal to 4। ਆਨਸਰ ਕੀ ਆ ਗਿਆ ਜੀ? x is 5 and y is 4। find x, y and z in the following parallelogram। ਐਂਗਲਸ ਦਿੱਤੇ ਹੋਏ ਨੇ। ਇੱਕ ਐਂਗਲ ਆਪਾਂ ਨੂੰ 100 ਡਿਗਰੀ ਦਿੱਤਾ ਹੋਇਆ ਤੇ ਬਾਕੀ ਐਂਗਲਸ x y z ਦਿੱਤੇ ਹੋਏ ਨੇ। ਆਪਾਂ
ਆਪਾਂ ਨੇ ਐਂਗਲਸ ਫਾਈਂਡ ਆਊਟ ਕਰਨੇ ਨੇ। ਸੋਲਿਊਸ਼ਨ ਕਿੱਦਾਂ ਲਿਖਾਂ ਜੀ? ਵੀ ਨੋ ਇਨ ਆ ਪੈਰਲੈਲੋਗ੍ਰਾਮ adjacent angles are supplementary means ਜਿੱਦਾਂ x plus 100 is equal to 180 adjacent angles ਦਾ ਜੋ ਟੋਟਲ ਹੈ ਉਹਨਾਂ ਦਾ ਸਮ ਹੈ ਉਹ 180 ਹੋਏਗਾ। ਸੋ ਐਂਗਲ x plus 100 degree is equal to 180 degree। ਠੀਕ ਹੈ ਜੀ, x ਦੀ ਵੈਲਿਊ ਕੱਢ ਲਓ ਪਹਿਲਾਂ। ਐਂਗਲ x is equal to ਆ ਗਿਆ 180 degree। 100 ਜੋ x ਨਾਲ ਪਲੱਸ ਹੋ ਰਿਹਾ ਲੈਫਟ ਸਾਈਡ ਤੇ ਉਹ 180 ਚੋਂ ਮਾਈਨਸ ਹੋ ਜਾਊਗਾ ਜੀ। ਐਂਗਲ x ਦੀ ਵੈਲਿਊ ਕਿੰਨੀ ਆ ਗਈ ਜੀ? 180 minus 100 80 degree। and we know in a parallelogram opposite angle are equal। ਠੀਕ ਹੈ ਜੀ, opposite ਨੇ ਜੋ ਉਹ equal ਨੇ, it means angle y is equal to 100 degree ਕਿਉਂਕਿ opposite ਹੈ 100 ਦੇ, ਤੇ angle x is equal to angle z। angle x is equal to angle z ਤੇ angle x ਕਿੰਨਾ ਆ ਚੁੱਕਿਆ 80 degree। ਤਾਂ ਆਪਾਂ ਆਨਸਰ ਲਿਖ ਸਕਦੇ ਹਾਂ angle x is equal to 80 degree, angle y is equal to 100 degree, angle z is equal to 80 degree। ਇਸੇ ਦਾ ਸੈਕੰਡ ਪਾਰਟ, ਇੱਕ ਐਂਗਲ ਦਿੱਤਾ ਹੋਇਆ ਆਪਾਂ ਨੂੰ 105 ਡਿਗਰੀ, ਇੱਕ y ਦਿੱਤਾ ਹੋਇਆ, ਇੱਕ x ਦਿੱਤਾ ਹੋਇਆ ਤੇ ਇੱਕ ਐਂਗਲ ਬਾਹਰਲੀ ਸਾਈਡ ਦਿੱਤਾ ਹੋਇਆ z। ਠੀਕ ਹੈ ਜੀ, ਆਪਾਂ ਸੇਮ ਫਾਰਮੂਲਾ ਕਰਾਂਗੇ। ਇਨ ਅ ਪੈਰਲੈਲੋਗ੍ਰਾਮ opposite angle are equal and adjacent angle are supplementary। so angle y plus 105 degree is equal to 180 ਹੋ ਗਿਆ ਜੀ। ਇਹ ਦੋਵੇਂ adjacent angle ਨੇ ਤਾਂ ਇਹਨਾਂ ਦਾ ਟੋਟਲ ਕਿੰਨਾ ਹੋਵੇਗਾ 180। ਤਾਂ angle y ਕਿੰਨਾ ਆ ਗਿਆ ਜੀ 180 ਡਿਗਰੀ ਚੋਂ 105 ਜੋ ਪਲੱਸ ਹੋ ਰਿਹਾ y ਨਾਲ ਉਹ ਰਾਈਟ ਹੈਂਡ ਸਾਈਡ ਤੇ ਮਾਈਨਸ ਹੋਏਗਾ। ਕਿੰਨਾ ਆ ਗਿਆ ਜੀ y 75 ਡਿਗਰੀ। y ਆਪਾਂ ਨੂੰ ਪਤਾ ਲੱਗ ਗਿਆ ਜੀ 75 ਡਿਗਰੀ ਆ ਗਿਆ। ਇਟ ਮੀਨਸ y ਦੇ ਸਾਹਮਣੇ ਆਪੋਜ਼ਿਟ ਐਂਗਲ ਆਪਾਂ ਨੇ ਕੀ ਕਹੇ ਨੇ? ਇਕੁਅਲ ਹੁੰਦੇ ਨੇ। ਠੀਕ ਹੈ ਜੀ, ਆਪੋਜ਼ਿਟ ਐਂਗਲ ਆਰ ਇਕੁਅਲ। ਸੋ x ਜੋ ਹੈ ਉਸ ਆਪੋਜ਼ਿਟ ਐਂਗਲ ਦੇ ਇਕੁਅਲ ਹੋ ਗਿਆ। ਕਿੰਨਾ ਹੋ ਗਿਆ ਜੀ? ਐਂਗਲ x is equal to 105 ਡਿਗਰੀ ਐਂਡ y ਕਿਹਦੇ ਇਕੁਅਲ ਹੋ ਗਿਆ? y ਆਪਾਂ ਨੇ ਆਲਰੇਡੀ ਕੱਢ ਲਿਆ 75 ਡਿਗਰੀ। ਐਂਗਲ y is equal to ਜੋ ਇਹ ਵਾਲਾ ਐਂਗਲ ਹੈ ਉਹ y ਦੇ ਇਕੁਅਲ ਆਊਗਾ। ਕਿੰਨੇ ਦਾ ਇਹ 75 ਡਿਗਰੀ, ਰਾਈਟ। y 75 ਆ ਤਾਂ ਇਹ ਵੀ 75 ਡਿਗਰੀ ਆ ਜਾਏਗਾ। ਇਨ ਅ ਸਟ੍ਰੇਟ ਲਾਈਨ ਦਾ ਐਂਗਲ ਇਜ਼ 180 ਡਿਗਰੀ। ਸਟ੍ਰੇਟ ਲਾਈਨ ਤੇ ਐਂਗਲ ਕਿੰਨੇ ਦਾ ਬਣਦਾ ਹੈ? 180 ਡਿਗਰੀ ਦਾ। ਅਗਰ ਇੱਕ ਸਟ੍ਰੇਟ ਲਾਈਨ ਤੇ ਆਪਾਂ ਕਰ ਰਹੇ ਹਾਂ, ਰਾਈਟ। ਇਹ ਸਟ੍ਰੇਟ ਲਾਈਨ ਹੈ, ਸੋ ਦ ਟੋਟਲ ਆਫ ਟੂ ਐਂਗਲ ਔਨ ਅ ਸਟ੍ਰੇਟ ਲਾਈਨ ਇਜ਼ ਆਲਸੋ 180 ਡਿਗਰੀ। ਜੇ ਉਹਨਾਂ ਦਾ ਐਡ ਕਰ ਦਈਏ ਦੋ ਐਂਗਲ ਜੋ ਸਟ੍ਰੇਟ ਲਾਈਨ ਤੇ ਬਣ ਰਹੇ ਨੇ ਤਾਂ ਵੀ 180 ਡਿਗਰੀ ਹੋਊ। ਠੀਕ ਹੈ ਜੀ, ਐਂਗਲ z plus 75 ਡਿਗਰੀ ਇਕੁਅਲ ਟੂ ਕਿੰਨੇ ਦੇ ਆ ਜਾਏਗਾ ਜੀ 180 ਡਿਗਰੀ ਦੇ। ਐਂਗਲ z ਇਟ ਮੀਨਸ ਕੀ ਆ ਗਿਆ 180 ਡਿਗਰੀ ਮਾਈਨਸ 75 ਕਿੰਨਾ ਆ ਗਿਆ ਜੀ 105 ਡਿਗਰੀ। ਆਨਸਰ ਆਪਾਂ ਲਿਖ ਸਕਦੇ ਹਾਂ, ਸਾਰੇ ਐਂਗਲ ਆਪਾਂ ਨੇ ਨਿਕਲੇ। x is equal to 105 ਡਿਗਰੀ, ਐਂਗਲ y is equal to 75 ਡਿਗਰੀ ਐਂਡ ਐਂਗਲ z is also 105 ਡਿਗਰੀ। ਹਾਂਜੀ, ਥਰਡ ਪਾਰਟ, ਇੱਕ ਪੈਰਲੈਲੋਗ੍ਰਾਮ ਦਿੱਤੀ ਹੋਈ ਹੈ, ਉਹਦੇ ਚ ਕੁਝ ਐਂਗਲ ਦਿੱਤੇ ਹੋਏ ਨੇ ਤੇ ਕੁਝ ਆਪਾਂ ਨੇ ਫਾਈਂਡ ਆਊਟ ਕਰਨੇ ਆ, ਰਾਈਟ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਇਨ ਅ ਪੈਰਲੈਲੋਗ੍ਰਾਮ ਆਪੋਜ਼ਿਟ ਐਂਗਲ ਆਰ ਇਕੁਅਲ। ਇਹ ਸਾਰੇ ਸਮਸ ਦੇ ਵਿੱਚ ਆਪਾਂ ਨੇ ਜਿੱਥੇ ਵੀ ਆਉਂਦਾ ਇਹ ਲਿਖਣਾ ਜ਼ਰੂਰ ਹੈ। ਅਗਰ 2 ਵਾਰ ਆਉਂਦਾ ਤਾਂ ਆਪਾਂ ਨੂੰ 2 ਵਾਰ ਲਿਖਣਾ ਪਏਗਾ। ਆਪਾਂ ਇਹਨੂੰ ਛੱਡ ਨਹੀਂ ਸਕਦੇ, ਇਹਦੇ ਨਾਲ ਨੰਬਰ ਕੱਟ ਹੋ ਸਕਦੇ ਆ। ਰੀਜ਼ਨ ਜ਼ਰੂਰ ਦੇਣਾ ਵਾਈ ਆਪਾਂ ਨੇ ਕਿੱਦਾਂ ਇਹਨਾਂ ਨੂੰ ਇਕੁਅਲ ਕਰ ਰਹੇ ਹਾਂ। ਸੋ ਐਂਗਲ y is equal to 102 ਡਿਗਰੀ ਕਿਉਂਕਿ ਆਪੋਜ਼ਿਟ ਹੈ ਇਸ ਕਰਕੇ ਇਕੁਅਲ ਹੋ ਗਏ। ਐਂਡ ਆਲਟਰਨੇਟ ਐਂਗਲ ਵੀ ਇਕੁਅਲ ਹੁੰਦੇ ਆਗੇ ਪੈਰਲੈਲੋਗ੍ਰਾਮ ਚ, ਰਾਈਟ। ਐਂਡ ਆਲਟਰਨੇਟ ਐਂਗਲ ਆਰ ਆਲਸੋ ਇਕੁਅਲ ਇਨ ਅ ਪੈਰਲੈਲੋਗ੍ਰਾਮ। ਇਹਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਜਿੱਦਾਂ ਕਿ ਪੈਰਲੈਲੋਗ੍ਰਾਮ ਚ ਇੱਕ ਟ੍ਰਾਇੰਗਲ ਇਧਰਲੀ ਸਾਈਡ ਬਣ ਰਹੀ ਆ ਤੇ ਇੱਕ ਇਹ ਬਣ ਰਹੀ ਆ। ਠੀਕ ਹੈ ਜੀ, ਇਹਦੇ ਚ x is equal to 30 ਡਿਗਰੀ ਹੋਊਗਾ। ਜਿਹੜਾ ਇਧਰਲੀ ਸਾਈਡ ਤੇ ਐਂਗਲ ਬਣ ਰਿਹਾ ਆ ਇਹਦੇ ਡਾਇਗੋਨਲ ਨਾਲ, ਠੀਕ ਹੈ ਜੀ, ਉਹ ਜੋ ਦੂਸਰੀ ਟ੍ਰਾਇੰਗਲ ਹੈ ਉਹਦੇ ਆਲਟਰਨੇਟ ਜਿਹੜਾ ਐਂਗਲ ਬਣੂਗਾ ਦੂਸਰੀ ਸਾਈਡ ਤੇ ਦੂਸਰੀ ਟ੍ਰਾਇੰਗਲ ਦੇ, ਉਹ ਆਪਸ ਚ ਇਕੁਅਲ ਹੋਣਗੇ। ਸੋ ਐਂਗਲ x is equal to 30 ਡਿਗਰੀ। ਹਾਂਜੀ, ਨੈਕਸਟ ਪ੍ਰੋਪਰਟੀ ਲਗਾਉਣੇ ਆ। ਇਨ ਅ ਪੈਰਲੈਲੋਗ੍ਰਾਮ adjacent angles are supplementary means adjacent angles ਦਾ ਜੋ ਟੋਟਲ ਹੈ ਉਹ 180 ਡਿਗਰੀ ਹੋਊ। ਇਟ ਮੀਨਸ 30 ਡਿਗਰੀ plus z plus 102 is equal to 180 ਡਿਗਰੀ ਹੋਏਗਾ, ਰਾਈਟ। ਇਹ ਪੂਰਾ ਐਂਗਲ ਐਂਡ ਇਹ ਵਾਲਾ ਪੂਰਾ ਐਂਗਲ 30 ਡਿਗਰੀ plus ਐਂਗਲ z plus 102 ਡਿਗਰੀ is equal to 180 ਡਿਗਰੀ ਹੈ ਜੀ। ਐਂਗਲ z ਦੀ ਵੈਲਿਊ ਕੱਢਾਂਗੇ, 102 ਤੇ 30 ਨੂੰ ਰਾਈਟ ਹੈਂਡ ਸਾਈਡ ਤੇ ਲੈ ਜਾਾਂਗੇ। ਦੋਵੇਂ ਪਲੱਸ ਦੇ ਨੇ, ਲੈਫਟ ਤੇ ਮਾਈਨਸ ਤੇ ਹੋ ਜਾਣਗੇ, ਰਾਈਟ ਤੇ 102 ਡਿਗਰੀ ਮਾਈਨਸ ਤੇ 30 ਡਿਗਰੀ, ਮਾਈਨਸ 102 ਡਿਗਰੀ ਤੇ ਮਾਈਨਸ 30 ਡਿਗਰੀ ਆ ਗਿਆ ਜੀ। ਐਂਗਲ z is equal to ਮਾਈਨਸ ਵਾਲਿਆਂ ਨੂੰ ਪਹਿਲਾਂ ਪਲੱਸ ਕਰ ਲਓ। 102 ਮਾਈਨਸ 30 ਕਿੰਨਾ ਆ ਗਿਆ ਜੀ 132 ਡਿਗਰੀ। ਮਾਈਨਸ ਕਰੋ 180 ਚੋਂ 132 48 ਡਿਗਰੀ ਆ ਗਿਆ ਜੀ। ਆਨਸਰ ਲਿਖ ਸਕਦੇ ਹਾਂ ਆਪਾਂ, ਸਾਰਿਆਂ ਦੀ ਵੈਲਿਊ ਆ ਗਈ ਐਂਗਲ ਦੀ। ਐਂਗਲ x is equal to 30 ਡਿਗਰੀ, ਐਂਗਲ y is equal to 102 ਡਿਗਰੀ ਐਂਡ ਐਂਗਲ z is equal to 48 ਡਿਗਰੀ। ਹਾਂਜੀ, ਫੋਰਥ ਸਮ ਸੇਮ ਉਦਾਂ ਹੀ ਐਂਗਲਸ ਫਾਈਂਡ ਆਊਟ ਕਰਨੇ ਨੇ। ਕੁਝ ਐਂਗਲ ਆਪਾਂ ਨੂੰ ਦਿੱਤੇ ਹੋਏ ਨੇ, x y z ਆਪਾਂ ਨੇ ਫਾਈਂਡ ਆਊਟ ਕਰਨੇ ਆ। ਇਨ ਆ ਪੈਰਲੈਲੋਗ੍ਰਾਮ alternate angles, alternate angle are equal।
ठीक है जी। इट मीन्स सो एंगल y इज इक्वल टू 40 डिग्री, एंगल y इज इक्वल टू 40 डिग्री, ठीक है जी, क्योंकि 40 डिग्री ਦਿੱਤਾ ਹੋਇਆਗਾ, ਕਿਉਂਕਿ ਇਹ ਵਾਲਾ ਐਂਗਲ 40 डिग्री ਹੈ ਤੇ y ਜੋ ਹੈ ਉਹ ਇਹਦੇ ਅਲਟਰਨੇਟ ਐਂਗਲ ਹੈ। ਇਹ ਪੈਰਲਲੋਗ੍ਰਾਮ ਦੀ ਪ੍ਰੋਪਰਟੀ ਹੈ ਕਿ ਅਲਟਰਨੇਟ ਐਂਗਲ ਜੋ ਬਣਦੇ ਆ ਅੱਗੇ ਡਾਇਗੋਨਲਸ ਦੇ ਨਾਲ ਉਹ ਇਕੁਅਲ ਹੁੰਦੇ ਆ। ਸੋ y ਆਪਾਂ ਨੂੰ ਫਾਈਂਡ ਆਊਟ ਹੋ ਗਿਆ ਜੀ 40 डिग्री। ਐਂਡ ਲਾਈਨਰ ਪੇਅਰ ਜੋ ਇੱਕ ਸਟ੍ਰੇਟ ਲਾਈਨ ਦੇ ਉੱਪਰ ਬਣ ਰਹੇ ਐਂਗਲਸ ਨੇ ਉਹਨਾਂ ਦਾ ਵੀ ਸਮ ਹੁੰਦਾ ਹੈ ਉਹ 180 डिग्री ਹੁੰਦਾ ਹੈ, ਠੀਕ ਹੈ। ਇਹ ਵੀ ਆਪਾਂ ਐਂਡ ਲਾਈਨਰ ਪੇਅਰ ਐਂਗਲ ਸਮ ਇਜ਼ 180 डिग्री, ਠੀਕ ਹੈ ਜੀ। ਜੋ ਇੱਕੋ ਹੀ ਸਟ੍ਰੇਟ ਲਾਈਨ ਤੇ ਦੋ ਐਂਗਲ ਬਣ ਰਹੇ ਨੇ ਉਹਨਾਂ ਦਾ ਜੋ ਸਮ ਹੈ ਉਹ 180 डिग्री ਹੋਏਗਾ, ਇਹ ਵੀ ਆਪਾਂ ਨੂੰ ਪਤਾ ਹੈ, ਠੀਕ ਹੈ ਜੀ। ਇੱਕ 78 डिग्री ਦਿੱਤਾ ਹੋਇਆ, ਠੀਕ ਹੈ ਜੀ, ਤੇ ਦੂਸਰਾ ਐਂਗਲ ਆਪਾਂ ਨੇ ਫਾਈਂਡ ਕਰਨਾ ਹੈ। ਮੰਨ ਲਓ ਇੱਥੇ ਐਂਗਲ I ਹੈ, suppose the other angle on the liner side is I, ਹੁਣ ਆਪਾਂ ਕੀ ਕਹਿ ਸਕਦੇ ਹਾਂ, ਐਂਗਲ I plus 78 डिग्री is equal to 180 डिग्री, ਕਿਉਂਕਿ ਇੱਕੋ ਹੀ ਲਾਈਨ ਤੇ ਬਣ ਰਹੇ ਨੇ। ਟੋਟਲ ਇਹਦਾ 180 डिग्री ਹੈ, ਆਪਾਂ ਨੂੰ ਪਤਾ ਹੈ, ਠੀਕ ਹੈ ਜੀ। ਸਿੰਗਲ ਲਾਈਨ ਤੇ ਸਟ੍ਰੇਟ ਲਾਈਨ ਕੀ ਐਂਗਲ ਹੁੰਦਾ ਹੈ 180 डिग्री, ਇੱਕ 78 ਹੈ ਤਾਂ ਦੂਸਰਾ ਜਿਹੜਾ ਹੈ ਉਹ ਆਪਾਂ ਫਾਈਂਡ ਆਊਟ ਕਰਦੇ ਹਾਂ। ਐਂਗਲ I ਕਿਹਦੇ ਇਕੁਅਲ ਆ ਗਿਆ ਜੀ 180 डिग्री, 78 ਜੋ I ਨਾਲ ਪਲੱਸ ਹੋ ਰਿਹਾ ਸੀ ਉਹ ਮਾਈਨਸ ਹੋ ਜਾਏਗਾ ਰਾਈਟ ਹੈਂਡ ਸਾਈਡ ਤੇ ਜਦੋਂ ਜਾਏਗਾ, ਤੇ ਇਹਦਾ ਆਨਸਰ ਆ ਗਿਆ ਜੀ 102 डिग्री। ਇਹ ਵੀ ਨਿਕਲ ਆਇਆ ਹੁਣ ਜੀ 102 डिग्री, ਰਾਈਟ। ਐਂਡ ਐਡਜਸਟੈਂਟ ਐਂਗਲ ਆਪਾਂ ਨੂੰ ਪਤਾ ਹੈ ਉਹ ਕੀ ਹੁੰਦੇ ਨੇ, ਸਪਲੀਮੈਂਟਰੀ ਹੁੰਦੇ ਨੇ। ਇਨ ਪੈਰਲਲੋਗ੍ਰਾਮ adjacent angle are supplementary, so 40 डिग्री plus angle x, ठीक है। ਆ ਦੋਵੇਂ ਐਂਗਲਸ ਦਾ ਪਲੱਸ ਐਂਗਲ I, ਠੀਕ ਹੈ। ਐਂਗਲ I ਦੀ ਵੈਲਿਊ ਨਿਕਲ ਆਈ ਹੈ ਆਪਾਂ ਉਹ 102 डिग्री ਹੈ, ਉਹੀ ਭਰ ਦਾਂਗੇ ਆਪਾਂ is equal to 180 डिग्री। ਐਂਗਲ x is equal to ਕਿੰਨਾ ਹੋ ਗਿਆ ਜੀ 180 डिग्री। 40 ਐਂਡ 102 ਲੈਫਟ ਹੈਂਡ ਸਾਈਡ ਤੇ ਪਲੱਸ ਹੋ ਰਹੇ ਨੇ x ਨਾਲ, ਤਾਂ ਇੱਧਰ ਜਾ ਕੇ ਮਾਈਨਸ ਹੋ ਜਾਣਗੇ ਰਾਈਟ ਹੈਂਡ ਸਾਈਡ 180 ਚੋਂ। ਮਾਈਨਸ 102 डिग्री ਮਾਈਨਸ 40 डिग्री, 180 डिग्री माइनस 142 डिग्री कितना हो गया जी, एंगल x इज इक्वल टू 38 डिग्री। z जो है वो अपोजिट एंगल है, ठीक है। अपोजिट एंगल इन अ पैरेललोग्राम आर इक्वल, सो एंगल z इज इक्वल टू 102 डिग्री, ठीक है जी। एंगल z है जो वो ਇਹਦੇ ਇਕੁਅਲ ਆ ਜਾਏਗਾ ਅਪੋजिट एंगल ने, क्योंकि आंसर अपना ਕੀ ਆ ਗਿਆ ਜੀ, एंगल x ਦੀ ਵੈਲਿਊ ਲਿਖੋ, एंगल x इज इक्वल टू 38 डिग्री, एंगल y इज इक्वल टू 40 डिग्री, एंगल z इज इक्वल टू 102 डिग्री। नेक्स्ट आ गए जी अपने MCQs। नंबर 1 है if length of one diagonal of a rectangle is 6 cm, diagonal ਦਿੱਤਾ ਹੋਇਆ rectangle ਦਾ, what is the length of other diagonals। rectangle ਦੇ diagonals ਹਮੇਸ਼ਾ rectangle ਦੀ ਗੱਲ ਹੋ ਰਹੀ ਹੈ ਜੀ ਸੇਮ ਲੈਂਥ ਦੇ ਹੁੰਦੇ ਆ, ਠੀਕ ਹੈ ਜੀ। rectangle ਹੁੰਦੀ ਹੈ ਇਸ ਸ਼ੇਪ ਦੇ ਵਿੱਚ, ਇਦਾਂ ਦੀ ਕੋਈ ਉਹ ਹੁੰਦੀ ਹੈ rectangle, ਠੀਕ ਹੈ ਜੀ। ਜੇ ਇੱਕ 6 ਸੈਂਟੀਮੀਟਰ ਹੈ ਤਾਂ ਦੂਸਰਾ ਵੀ 6 ਸੈਂਟੀਮੀਟਰ ਹੀ ਹੋਊਗਾ। ਰੈਕਟੈਂਗਲ ਦੀਆਂ ਆਪੋਜ਼ਿਟ ਸਾਈਡ ਹੁੰਦੀਆਂ ਨੇ ਜੋ ਉਹ ਇਕੁਅਲ ਐਂਡ ਪੈਰਲਲ ਹੁੰਦੀਆਂ ਨੇ ਐਂਡ 90 ਡਿਗਰੀ ਦਾ ਐਂਗਲ ਬਣਾਉਂਦੀਆਂ ਨੇ ਉਹ, ਇਸ ਕਰਕੇ ਇਹਦੇ ਜਿਹੜੇ ਡਾਇਗੋਨਲਸ ਹੁੰਦੇ ਨੇ ਉਹ ਹਮੇਸ਼ਾ ਸੇਮ ਲੈਂਥ ਦੇ ਹੀ ਹੁੰਦੇ ਨੇ। ਜੇ ਇੱਕ 6 ਹੈ ਤਾਂ ਦੂਸਰਾ ਵੀ ਹੋਏਗਾ 6, ਇਟ ਮੀਨਸ B is the right answer। Second one, if 6x and 24 are two opposite side of parallelogram, what is the value of x। ਇੱਕ ਪੈਰਲਲੋਗ੍ਰਾਮ ਆ, ਸਪੋਜ਼ ਆਪਾਂ ਛੋਟੀ ਜਿਹੀ ਤੇ ਬਣਾਉਂਦੇ ਆ, ਡਰਾ ਕਰ ਲੈਂਦੇ ਆ, ਜ਼ਿਆਦਾ ਡਿਟੇਲ ਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਕਿਉਂਕਿ ਇਹ MCQs ਹੀ ਨੇ, ਬਟ ਫਿਰ ਵੀ ਤੁਹਾਨੂੰ ਸਮਝਾਉਣ ਲਈ, ਠੀਕ ਹੈ। ਪੈਰਲਲੋਗ੍ਰਾਮ ਹੈ ਜੀ, ਇੱਕ ਸਾਈਡ ਕਹਿੰਦੇ 6x ਹੈ ਐਂਡ ਦੂਜੀ ਹੈ 24 ਆਰ ਅਪੋਜ਼ਿਟ ਸਾਈਡ, ਇੱਕ ਸਾਈਡ 6x ਹੈ ਦੂਜੀ 24 ਹੈ, ਅਪੋਜ਼ਿਟ ਸਾਈਡ ਨੇ ਪੈਰਲਲੋਗ੍ਰਾਮ ਦੀਆਂ। ਵਾਟ ਇਜ਼ ਦਾ ਵੈਲਿਊ ਆਫ x, ਠੀਕ ਹੈ ਜੀ। ਅਪੋਜ਼ਿਟ ਸਾਈਡ ਨੇ ਜੋ ਪੈਰਲਲੋਗ੍ਰਾਮ ਚ ਉਹ ਇਕੁਅਲ ਹੁੰਦੀਆਂ ਨੇ, ਠੀਕ ਹੈ ਜੀ। ਅਪੋਜ਼ਿਟ ਸਾਈਡ ਇਨ ਏ ਪੈਰਲਲੋਗ੍ਰਾਮ ਆਰ ਆਲਵੇਜ਼ ਇਕੁਅਲ ਐਂਡ ਪੈਰਲਲ ਵੀ ਹੋਣਗੀਆਂ ਤੇ ਇਕੁਅਲ ਵੀ ਹੋਣਗੀਆਂ। ਇਟ ਮੀਨਸ 6x is equal to 24, ਠੀਕ ਹੈ ਜੀ। ਰਫ ਦੇ ਵਿੱਚ ਕਰ ਸਕਦੇ ਹੋ ਤੁਸੀਂ ਐਗਜ਼ਾਮ ਦੇ ਵਿੱਚ ਵੀ, 6x is equal to 24 ਤੇ x ਦੀ ਵੈਲਿਊ ਕੀ ਹੋ ਜੂ 24 divided by 6, x is equal to 4 ਆ ਜਾਏਗਾ। ਇਟ ਮੀਨਸ A is the right answer। ਹਾਂਜੀ ਥਰਡ, if 3x minus 2 and 7 are two equal parts of a diagonal of a parallelogram, what is the value of x। ਕੋਈ ਪੈਰਲਲੋਗ੍ਰਾਮ ਹੈ, ਠੀਕ ਹੈ ਜੀ, ਡਾਇਗੋਨਲਸ ਨੇ ਉਹਦੇ ਤੇ ਉਹਦੇ ਦੋ ਪਾਰਟਸ ਨੇ, ਕਹਿੰਦੇ 3x minus 2 and 7, ਇਹ ਹੈ ਜੋ ਡਾਇਗੋਨਲਸ ਹੈ ਇਸ ਪੈਰਲਲੋਗ੍ਰਾਮ ਦਾ। ਇੱਕ ਕੀ ਹੈ ਕਹਿੰਦੇ, ਇੱਕ ਪਾਰਟ ਕੀ ਹੈ 3x minus 2 ਤੇ ਦੂਸਰੀ ਸਾਈਡ ਕੀ ਹੈ 7 ਹੈ। ਇਕੁਅਲ ਪਾਰਟਸ ਨੇ, ਸਿੱਧੀ ਉਹ ਗੱਲ ਕਹਿ ਰਹੇ ਨੇ ਵੀ ਇਕੁਅਲ ਨੇ, ਮੀਨਸ 3x minus 2 is equal to 7 ਹੈ। 3x ਸਿਰਫ ਰਫ ਦੇ ਵਿੱਚ ਤੁਸੀਂ ਸੋਲਵ ਕਰਕੇ ਦਾ ਆਨਸਰ ਲਿਖ ਸਕਦੇ ਹੋ। 3x is equal to ਕਿੰਨਾ ਆ ਗਿਆ ਜੀ 7, 2 ਜੋ ਲੈਫਟ ਸਾਈਡ ਤੇ ਮਾਈਨਸ ਹੋ ਰਿਹਾ ਸੀ 3x ਚੋਂ ਰਾਈਟ ਸਾਈਡ ਤੇ ਪਲੱਸ ਹੋਊਗਾ 7 ਨਾਲ। 3x is equal to ਆ ਗਿਆ 7 plus 2 9, x is equal to 9 divided by 3, 3 ਜੋ x ਨਾਲ
ਮਲਟੀਪਲਾਈ ਹੋ ਰਿਹਾ ਡਿਵਾਈਡ ਹੋ ਜਾਏਗਾ ਤੇ 3 3s are 9 x ਦੀ ਕਿੰਨੀ ਵੈਲਿਊ ਆ ਜਾਏਗੀ ਜੀ 3 ਇਹਦਾ ਪਾਰਟ C ਹੈ ਜੋ ਆਨਸਰ ਸਹੀ ਹੈ if 4y degree and 100 degree are two opposite angle of a parallelogram then find the value of 4 ਪੈਰਲਲੋਗ੍ਰਾਮ ਦੇ ਵਿੱਚ ਕੀ ਹੁੰਦੇ ਆ ਆਪੋਜ਼ਿਟ ਐਂਗਲ ਇਕੁਅਲ ਹੁੰਦੇ ਆ ਪਿਛਲੇ ਸਮਾਂ 'ਚ ਵੀ ਆਪਾਂ ਨੇ ਇਹ ਪ੍ਰਾਪਰਟੀ ਯੂਜ਼ ਕੀਤੀ ਹੈ ਪੈਰਲਲੋਗ੍ਰਾਮ ਦੀ ਕਿ ਆਪੋਜ਼ਿਟ ਐਂਗਲਸ ਨੇ ਜੋ ਉਹ ਇਕੁਅਲ ਹੁੰਦੇ ਆ ਠੀਕ ਹੈ ਜੀ ਇਟ ਮੀਨਸ 4y degree is equal to 100 degree 4y degree 100 ਦੇ ਇਕੁਅਲ ਹੈ 100 ਡਿਗਰੀ ਦੇ ਤਾਂ y ਕਿਹਦੇ ਇਕੁਅਲ ਹੋ ਜਾਊਗਾ 100 ਨੂੰ 4 ਨਾਲ ਡਿਵਾਈਡ ਕਰ ਦਿਓ ਜੀ 25 ਰਾਈਟ 25 is the right answer please like and subscribe my channel